गुड मॉर्निंग माय डियर स्टूडेंट्स। बेटा ਤੁਹਾਡੇ ਬਾਈ ਮੰਥਲੀ ਪੇਪਰ ਹੋ ਗਏ ਆ ਪਰ ਸਾਡਾ 15th ਚੈਪਟਰ ਅਵਰ এনवायरमेंट ਦਾ ਇੱਕ ਲਾਸਟ ਟੌਪਿਕ ਪਿਆ ਹੈ ਜੋ ਜਲਦੀ ਮੈਂ ਅੱਜ ਤੁਹਾਡੇ ਨਾਲ ਲੈਣਾ ਚਾਹਨੀ ਆ ਤਾਂ ਕਿ ਜਿਹੜੇ 15 ਚੈਪਟਰ ਹੈ ਜਦੋਂ ਤੁਹਾਡੇ ਸਤੰਬਰ ਟੈਸਟ ਆਏ ਉਹਦੇ ਵਿੱਚ ਤੁਹਾਨੂੰ ਇਹ ਲੱਗੇ ਨਾ ਕਿ ਤੁਸੀਂ ਕੋਈ ਕੁਐਸਚਨ ਨਹੀਂ ਕੀਤਾ ਹੋਇਆ ਜਾਂ ਤੁਹਾਡਾ ਕੋਈ ਕੁਐਸਚਨ ਰਹਿੰਦਾ ਹੈ ਤੇ ਜਲਦੀ ਬੇਟਾ ਜਾਂ ਆਪਾਂ ਇਹ ਕੁਐਸਚਨ ਕਰ ਲੈਣੇ ਹਾਂ 14th ਕੁਐਸਚਨ ਤੱਕ ਮੇਰੇ ਤੁਹਾਡੇ ਜਿਹੜੇ ਨੋਟਸ ਹੈ ਉਹ ਬਣੇ ਹੋਏ ਆ ਤਾਂ ਲੈਟ ਅਸ ਸਟਾਰਟ ਵਿਦ 15 ਕੁਐਸਚਨ ਔਰ ਜਿਹੜਾ ਸਾਡਾ ਪਹਿਲਾ 15 ਕੁਐਸਚਨ ਦੇ ਡਿਟੇਲਸ ਨੂੰ ਮੈਂ ਪੜਨ ਜਾ ਰਹੀ ਹਾਂ ਤੁਹਾਡੇ ਸਾਹਮਣੇ। ਪਹਿਲਾ ਹੈ ਤੁਹਾਡਾ कि ओजोन पारिस्थितिक प्रबंध ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਬੇਟਾ ਸਾਲ 1980 ਤੋਂ ਓਜ਼ੋਨ ਦੀ ਮਾਤਰਾ ਵਿੱਚ ਤੇਜ਼ੀ ਨਾਲ ਗਿਰਾਵਟ ਆਉਣ ਲੱਗੀ। ਓਜ਼ੋਨ ਦਾ ਪਾਰਿਸਥਿਤਿਕ ਪ੍ਰਬੰਧਾਂ ਨੂੰ ਹੇਠ ਲਿਖੇ ਆਧਾਰਾਂ ਤੇ ਪ੍ਰਭਾਵਿਤ ਕਰਦੀ ਹੈ। ਪਹਿਲਾ ਹੈ ਕਿ ਓਜ਼ੋਨ ਦੇ ਨਾਲ ਬੇਟਾ ਜਿਹੜਾ ਤਾਪਮਾਨ ਹੈ ਸਾਡਾ ਉਹ ਬਹੁਤ ਜ਼ਿਆਦਾ ਜਿਹੜਾ ਹੈ ਉਹਨੂੰ ਫਰਕ ਪੈਂਦਾ ਹੈ। ਤਾਪਮਾਨ ਵਿੱਚ ਪਰਿਵਰਤਨ ਦੇ ਕਾਰਨ ਧਰਤੀ ਤੇ ਵਰਖਾ ਦੀ ਕਮੀ ਹੋ ਜਾਂਦੀ ਹੈ। ਠੀਕ ਹੈ। ਦੂਜੀ ਗੱਲ ਚਾਵਲ ਵਰਗੀਆਂ ਫਸਲਾਂ ਤੇ ਅਸਰ ਹੁੰਦਾ ਹੈ। ਜਲੀ ਜੀਵਾਂ ਦੇ ਪਦਾਰਥ ਤੇ ਅਸਰ ਹੁੰਦਾ ਹੈ। ਮਨੁੱਖ ਵਿੱਚ ਪ੍ਰਤੀਰੋਧ ਸਮਰੱਥਾ ਵਿੱਚ ਕਮੀ ਆਉਂਦੀ ਹੈ। ਚਮੜੀ ਦੇ ਕੈਂਸਰ ਵਿੱਚ ਵਾਧਾ, ਪਰਿਸਥਿਤਿਕ ਅਸੰਤੁਲਨ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੈ। ਸੂਖਮ ਜੀਵਾਂ ਵਿੱਚ ਉਤਪਰਿਵਰਤਨ ਅਤੇ ਉਹਨਾਂ ਦੀ ਮੌਤ ਦਾ ਕਾਰਨ ਬਣਦਾ। ਬੇਟਾ ਆਬਵੀਅਸ ਹੈ ਜਦੋਂ ਗਰਮੀ ਵਧੇਗੀ ਧਰਤੀ ਤੇ ਕੈਂਸਰ ਵਰਗੀਆਂ ਬਿਮਾਰੀਆਂ ਵਧਣਗੀਆਂ, ਫਸਲਾਂ ਤੇ ਇਫੈਕਟ ਹੋਏਗਾ ਤਾਂ ਆਬਵੀਅਸ ਹੈ ਕਿ ਸੂਖਮ ਜੀਵਾਂ ਦੇ ਵੀ ਮਤਲਬ ਸਭ ਚੀਜ਼ਾਂ ओजोन ਜਿਹੜੀ ਹੈ ਉਹਨੂੰ ਇਫੈਕਟ ਕਰਵਾਏਗੀ। ਇਸ ਲਈ ओजोन ਦਾ ਪਾਰਿਸਥਿਤਿਕ ਪ੍ਰਬੰਧ ਤੇ ਬਹੁਤ ਜ਼ਿਆਦਾ ਜਿਹੜਾ ਹੈ ਉਹ ਇਫੈਕਟ ਪੈਂਦਾ ਹੈ। ਅਗਲਾ ਕੁਐਸਚਨ ਹੈ ਬੇਟਾ 16 ਤੇ ਇਹਦਾ ओजोन ਪਰਤ ਦੀ ਹਾਨੀ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਇਸ ਖੌਰੇ ਨੂੰ ਹਟਾਉਣ ਲਈ ਉਪਰਾਲੇ ਕੀਤੇ ਗਏ ਹਨ ਕਿਹੜੇ ਹਨਾ। ਵੱਖ-ਵੱਖ ਰਸਾਇਣਿਕ ਕਾਰਨ ओजोन परत ਨੂੰ ਬਹੁਤ ਤੇਜ਼ੀ ਨਾਲ ਹਾਨੀ ਹੋ ਰਹੀ ਹੈ। ਸਭ ਤੋਂ ਪਹਿਲੇ ਤਾਂ ਕਲੋਰੋਫਲੋਰੋਕਾਰਬਨਸ ਦੇ ਸਿੱਧੇ ਵਾਧੇ ਕਰਕੇ ओजोन परत ਵਿੱਚ ਛੇਦ ਪੈਦਾ ਹੋ ਰਹੇ ਹਨ ਜਿਸ ਨਾਲ ਸੂਰਜੀ ਪ੍ਰਕਾਸ਼ ਕੀ ਕਰ ਰਿਹਾ ਹੈ ਜਿਹੜੀਆਂ ਉਹਦੀਆਂ UV ਰੇਜ਼ ਹੈ ਉਹ ਪਰਾਬੈਂਗਨੀ ਕਿਰਨਾਂ ਨੇ ਉਹ ਧਰਤੀ ਤੇ ਆ ਰਹੀਆਂ ਹਨ, ਸਿੱਧੇ ਹੀ ਧਰਤੀ ਤੇ ਆਉਣ ਲੱਗ ਪਈਆਂ ਹਨ ਜੋ ਕੈਂਸਰ, ਮੋਤੀਆਬਿੰਦ, ਚਮੜੀ ਰੋਗਾਂ ਆਦਿ ਦਾ ਕਾਰਨ ਬਣ ਰਹੀਆਂ ਹਨ। ओजोन ਪਰਾਬੈਂਗਨੀ ਕਿਰਨਾਂ ਦਾ ਅਵਸ਼ੋਸ਼ਣ ਕਰ ਲੈਂਦੀਆਂ ਹਨ। ਕੀ ਕਰਦੀਆਂ ओजोन परत ਜਿਹੜੀਆਂ UV ਰੇਜ਼ ਹੈ ਉਹਨਾਂ ਨੂੰ ਸੋਖ ਲੈਂਦੀਆਂ ਪਰ ਅਗਰ ओजोन परत ਨਹੀਂ ਹੈ ਤੇ ਜਿਹੜੀਆਂ UV ਰੇਜ਼ ਉਹ ਸਿੱਧਾ ਕਿੱਥੇ ਆਣਗੀਆਂ ਉਹ ਧਰਤੀ ਤੇ ਆਣਗੀਆਂ। ਇਸ ਹਾਨੀ ਨੂੰ ਘੱਟ ਕਰਨ ਲਈ 1987 ਵਿੱਚ ਸੰਯੁਕਤ ਰਾਸ਼ਟਰ ਪ੍ਰੋਗਰਾਮ UHEP ਵਿੱਚ ਸਰਬਸੰਮਤੀ ਬਣੀ ਹੈ ਕਿ ਕਲੋਰੋਫਲੋਰੋ ਜਿਹੜੇ ਕਾਰਬਨ ਹੈ CFCs ਹੈ ਉਹਨਾਂ ਨੂੰ ਉਤਪਾਦਨ ਨੂੰ 1986 ਦੇ ਪੱਧਰ ਤੇ ਸੀਮਿਤ ਰੱਖਿਆ ਜਾਏਗਾ। ਠੀਕ ਹੈ ਬੇਟਾ ਕਿ ਜਿੰਨੇ ਕਲੋਰੋਫਲੋਰੋ ਕਾਰਬਨ ਜਿਹੜੇ ਹੈ ਉਹ 1986 ਚ ਪੈਦਾ ਹੋ ਰਹੇ ਸੀ ਉਨੇ ਕਾਰਬਨ ਤੱਕ ਹੀ ਸੀਮਿਤ ਰੱਖਿਆ ਜਾਏਗਾ। ਮੌਂਟਰੀਅਲ ਪ੍ਰੋਟੋਕਾਲ ਵਿੱਚ 1987 ਤੋਂ 1998 ਤੱਕ ਕਲੋਰੋਫਲੋਰੋ ਕਾਰਬਨ ਦੇ ਪ੍ਰਯੋਗ ਵਿੱਚ 50% ਕਮੀ ਆਉਣ ਦੀ ਗੱਲ ਕਹੀ ਗਈ ਸੀ। ਸਾਲ 1992 ਵਿੱਚ ਵੀ ਮੌਂਟਰੀਅਲ ਪ੍ਰੋਟੋਕਾਲ ਦੀ ਮੀਟਿੰਗ ਵਿੱਚ 1986 ਵਿੱਚ FCs ਤੇ ਹੌਲੀ ਜਿਹੜੀ ਹੈ ਉਹ ਰੋਕ ਲੱਗੀ ਗਈ। ਬੇਟਾ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਨੀ ਆ ਕਿ ਮੇਨ ਜਿਹੜੇ CFCs ਹੈ ਉਹ ਫ੍ਰਿਜ, AC ਇਹ ਵਾਲੇ ਚੀਜ਼ਾਂ ਜਿਹੜੀਆਂ ਹੈ ਜ਼ਿਆਦਾ ਮਤਲਬ ਕੱਢਦੇ ਨੇ CFCs ਨੂੰ ਰੋਕ ਲਗਾਉਣ ਤੇ ਮਨਾਇਆ ਗਿਆ। ਹੁਣ ਕਲੋਰੋਫਲੋਰੋਕਾਰਬਨ ਦੀ ਜਗ੍ਹਾ ਹਾਈਡਰੋਫਲੋਰੋਕਾਰਬਨ ਦਾ ਪ੍ਰਯੋਗ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ओजोन परत ਨੂੰ ਹਾਨੀ ਪਹੁੰਚਾਉਣ ਵਾਲੇ ਕਲੋਰੀਨ ਜਾਂ ਬ੍ਰੋਮੀਨ ਨਹੀਂ ਹਨ। ਆਮ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਲਗਭਗ ਦੇ ਨਾ ਦੇ ਬਰਾਬਰ ਹੈ ਬਿਕੋਜ਼ ਸਾਨੂੰ ਪਤਾ ਹੀ ਨਹੀਂ ਸਾਡੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਕਿ CFCs ਹੈ ਜਿਹੜੇ ਉਹ ਸਾਡੇ ਲਈ ਹਾਨੀਕਾਰਕ ਹੈ ਤੇ ਹੁਣ ਆਪਾਂ CFCs ਦੀ ਜਗ੍ਹਾ ਹੈ ਜਿਹੜਾ ਹਾਈਡਰੋਫਲੋਰੋਕਾਰਬਨ ਜਿਹੜੇ ਹੈ ਉਹ ਜਨਰੇਟ ਕਰਨ ਜਾ ਰਹੇ ਆ। ਜਾਗਰੂਕਤਾ ਵਧਾਉਣ ਦੀ ਬਹੁਤ ਲੋੜ ਹੈ। ਦੁਨੀਆ ਭਰ ਦੀਆਂ ਸਰਕਾਰਾਂ ਨੂੰ ਹੇਠ ਲਿਖੇ ਕਾਰਜ ਤੇਜ਼ੀ ਨਾਲ ਕਰਨੇ ਚਾਹੀਦੇ ਹਨ। ਕਿਹੜੇ ਕਾਰਜ ਬੇਟਾ? ਸਭ ਤੋਂ ਪਹਿਲੇ ਸੁਧਾਰ ਸਾਨਿਕ ਜਹਾਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਬਿਕੋਜ਼ ਦੇ ਆਰ ਆਲਸੋ ਰਿਸਪੌਂਸਿਬਲ। ਪਰਮਾਣੂ ਵਿਸਫੋਟਾਂ ਤੇ ਕਾਬੂ ਰੱਖਣਾ ਚਾਹੀਦਾ ਹੈ। ਕਲੋਰੋਫਲੋਰੋਕਾਰਬਨ ਦੇ ਪ੍ਰਯੋਗ ਨੂੰ ਸੀਮਿਤ ਕਰਨਾ ਚਾਹੀਦਾ ਹੈ। CFCs ਦੇ ਵਿਕਲਪ ਦੀ ਤਲਾਸ਼ ਕਰਨੀ ਚਾਹੀਦੀ ਹੈ। ਬੇਟਾ ਜਿੰਨਾ ਚੱਕ ਕਹਿੰਦੇ ਕਿ ਕਿਸੇ ਚੀਜ਼ ਦੀ ਡੁਪਲੀਕੇਸੀ ਨਹੀਂ ਆਂਦੀ ਉਹਨਾਂ ਚੱਕ ਉਹੀ ਚੀਜ਼ ਵਰਤੀ ਜਾਂਦੀ ਹੈ। ਜੇ CFCs ਦੀ ਜਗ੍ਹਾ ਸਾਨੂੰ ਕੋਈ ਹੋਰ ਚੀਜ਼ ਮਿਲ ਜੇ ਤਾਂ ਫਿਰ ਅਸੀਂ ਉਹਨੂੰ ਹੀ ਪ੍ਰੈਫਰ ਕਰਾਂਗੇ ਯੂਜ਼ ਕਰਨਾ।
ठीक है बेटा। अगे 10वीं क्लास 17वां क्वेश्चन है, तुसी कूड़े करकट दे निपटारे दी समस्या घट करन लई की योगदान पा सकते हो, कोई 2 तरीकों का वर्णन करो। यानी कि तुसी जिहड़ा कूड़ा करकट है उस दे जिहड़े निपटारे लई की तुसी योगदान पाना चाहते हो, की तुसी करना चाहते हो, तो उस दी जिहड़ी आपां गल है वो आपां करनी है ते कि वो की है। ठीक है ना। पहली गल तां कूड़ा करकट व्यक्ति अते समाज दोनों लिए बहुत हानिकारक है। ठीक है ना। इसलिए सिर्फ गंदगी ही नहीं फैलती बल्कि कई प्रकार दी तुहानूं पता है बीमारियां दा भी ये कारण बनती है। जिहड़ी आपां कूड़े नूं आपां कंट्रोल किदां कर सकते हैं, मेन साडा ये पर्पस है। तो पहला हैगा मुड़ चक्रण। ठीक है। इत्थे आपां 3R का सिद्धांत बार बार तुहाडे नाल डिस्कस किया होया है, जिस आपां लिख सकते हैं उस तुसी रिड्यूस रीयूज ते रीसाइकल। बेटा जिहड़ा तुहाडा बाई मंथली क्वेश्चन सी वो सीगा कि व्हाट आर द प्रॉब्लम कॉज्ड बाय नॉन बायोडिग्रेडेबल वेस्ट। साडे द्वारा पैदा जैव अविघटनशील कचरे तो किहड़ियां-किहड़ियां मुश्किलां पैदा हो सकदियां, तो तुसी लिख सकदे सी उत्थे भी कि काफ़ी बीमारियां पैदा हो जांदियां, गंदगी पैदा हो जाती है ना। ठीक है। वो सारा कुछ तुसी लिख सकदे सी। पर इत्थे जिहड़ा क्वेश्चन मैं लिया वो क्या कि तरीके किहड़े ने। तो पहला मैं तुहानूं कहता कि मुड़ चक्रण, कचरे या कूड़े करकट विचों कागज़, प्लास्टिक, धाता, चीथड़े आदि चुग के अलग करते उन्हां दा मुड़ चक्रण किया जा सकता है। पुराने कपड़े या कागज़ां दा मुड़ चक्रण नाल दरख्तां तो कटन नूं बचाया जा सकता है। प्लास्टिक का वार-वार उपयोग किया जा सकता है। ठीक है। ऑल दीज थिंग। अगे मिट्टी विच दबाउणा, तुसी की करो जी, जैव विघटनशील जिहड़े पदार्थ है उसनूं मिट्टी विच दबा के कूड़े करकट का निपटारा किया जा सकता है। उस तो खाद तैयार करके खेतों में वरती जा सकती है, जिहड़ा कि अजकल बहुत कॉमन है, कंपोज्ड पिट्स। अगे इस चैप्टर के कुछ बहुत छोटे मल्टीपल चॉइस क्वेश्चन है जिहड़े मैं लए है, दैट इज वेरी इंपॉर्टेंट फॉर यू पीपल। वातावरण शब्द तो की भाव है, इन्वायरमेंट शब्द तो बेटा वातावरण शब्द का अर्थ है सारियां दिशावां तत्तां है जो जीवां दे जीवन अते विकास नूं सिद्धे असिद्धे रूप विच प्रभावित करता है। बेसिकली इन्वायरमेंट जिहड़ा है डायरैक्टली या नॉन डायरैक्टली सानू जिहड़ा है वो प्रभावित करता है। व्हाट इज नैक्सट, उत्पादक किस नूं आखदे हन? उत्पादक जो प्रकाश संश्लेषण प्रक्रिया नाल सूरज अते क्लोरोफिल दी मौजूदगी विच अकार्बनिक पदार्थां तो कार्बनिक पदार्थ भोजन का निर्माण करता है। बेसिकली उत्पादक इज प्लांट्स, है ना। एग्जाम्पल भी दे सकते हो तुसी इत्थे पौधे, है ना। एग्जाम्पल भी तुसी दे सकते हो उत्पादक की जेड़े की है बेसिकली अकार्बनिक पदार्थ यूज करके, क्लोरोफिल यूज करके, सारा कुछ यूज करके जेड़े है पौधे वो साडा भोजन बनाते हैं। ते खपतकार कौन है? खपतकार बहुत वड्डे खपतकार असीं हां कि खपतकार जो भोजन लई सिद्धे असिद्धे रूप विच उत्पादकां दे निर्भर करदे उन्हां नूं खपतकार कहंदे हन। CFCs दा पूरा ना की ये भी तुहाडा पहला क्वेश्चन सी बाय मंथली पेपर दा, क्लोरोफ्लोरोकार्बन। जीव मंडल दे प्रमुख घटक किहड़े हन? जैव घटक अते अजैव घटक। ठीक है बेटा। जैव मीनस जीवित ते अजैविक मीनस मृतक। ठीक है बेटा। अगे है हेठ लिखिया विचों किहड़े समूह केवल जैव विघटनशील पदार्थ हन? घाह, फुੱਲ अते चमड़ा, घाह, लकड़ी अते प्लास्टिक, फलां दे छिलके, केक अते नींबू दा रस ते केक, लकड़ी अते घाह। ते बेटा A, C अते D जिहड़े तुहाडे है जैव विघटनशील पदार्थ हन। अगे गल करते हैं 24वें क्वेश्चन की। हेठ लिखिया विचों किहड़े भोजन लड़ी का निर्माण करते हैं? घाह, कनक अते अंब, घाह, बकरी अते मनुख, बकरी, गां अते हाथी, घाह, मच्छी अते बकरी। तो बेटा घाह, बकरी अते मनुख जी है वो भोजन लड़ी का निर्माण करते हैं। क्यों? क्योंकि जिहड़ा घाह है, बकरी है वो घाह खांदी है अते मनुख अगों बकरी ना खा लैंदा है, ते ये साडी एक भोजन लड़ी बन जाती है। ठीक है बेटा। थली परिस्थितिक प्रबंध विच उत्पादक है, जिहड़ा साडा थल च परिस्थितिक प्रबंध है उस विच साडा उत्पादक कौन है? घाह, टिड्डा, डड्डू के सप। तो बेटा साडा उत्पादक तुहानूं मैं क्या पौधे हन, बेसिकली घाह है। ठीक है। जैव अविघटनशील पदार्थ है, जैव इन्हां विचों जैव अविघटनशील पदार्थ केड़ा है? बेटा कागज, मृत पौधे, पॉलीथिन के कच्चे फल। ते तुहानूं पता है जी अविघटनशील नॉन बायोडिग्रेडेबल पॉलीथिन है कि पॉलीथिन तुसी जिथे मर्जी दबा दो वो तुहानूं दोबारा जिहड़ा है उत्थों भावें किन्ने सालां बाद कड्डो जी वो मिलेगा। ठीक है। अगला क्वेश्चन है क्लोरोफ्लोरोकार्बन्स की वरतों हुंदी है बहुत बारी क्या है रेफ्रिजरेटर विच, एयर कंडीशनर विच, गद्देदार फोर्स विच, उपरोक्त सारियां विच। तो बेटा CFCs जिहड़े है उपरोक्त सारियां विच तुहानूं मिलते हैं। अगे थोड़ियां जिहियां फिलिप्स है। ठीक है। पहली है जैव अते अजैव
ਦੇ ਪੂਰਨ ਤਾਲਮੇਲ ਨਾਲ ਬਣੀ ਵਿਵਸਥਾ। ਡੈਸ਼ ਜੈਵ ਅਤੇ ਅਜੈਵ ਦੇ ਪੂਰਨ ਤਾਲਮੇਲ ਨਾਲ ਬਣੀ ਜਿਹੜੀ ਇਹ ਵਿਵਸਥਾ ਹੈ ਉਸ ਨੂੰ ਅਸੀਂ ਰੋਜ਼ ਦੇਖਦੇ ਹਾਂ, ਜਿਸ ਨੂੰ ਅਸੀਂ ਜੀਵ ਮੰਡਲ ਕਹਿੰਦੇ ਹਾਂ। ਤੁਸੀਂ ਇੱਥੇ ਆਨਸਰ ਲਿਖ ਸਕਦੇ ਹੋ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਜੀਵ ਮੰਡਲ। ਬੇਟਾ ਤੁਹਾਡਾ ਜਿਹੜਾ ਹੈ ਬਾਇਓਸਫੀਅਰ ਹੈ, ਇਹ ਤੁਹਾਡਾ ਜੀਵ ਮੰਡਲ ਬਣਿਆ। ਇਹ ਦੋ ਜਿਹੜੇ ਘਟਕ ਹੈ ਉਹਨਾਂ ਨਾਲ ਬਣਿਆ ਹੈ, ਇੱਕ ਹੈ ਜੈਵ, ਇੱਕ ਹੈ ਅਜੈਵ। ਠੀਕ ਹੈ ਪਿਆਰੇ ਵਿਦਿਆਰਥੀਓ। ਅੱਗੇ ਭੋਜਨ ਲੜੀ ਵਿੱਚ ਡੈਸ਼ ਨੂੰ ਛੱਡ ਕੇ ਸਾਰੇ ਜੀਵ ਖਪਤਕਾਰ ਹਨ। ਤਾਂ ਬੇਟਾ ਤੁਹਾਨੂੰ ਇਹ ਪਤਾ ਹੈ ਕਿ ਭੋਜਨ ਲੜੀ ਵਿੱਚ ਉਤਪਾਦਕਾਂ ਨੂੰ ਛੱਡ ਕੇ, ਉਤਪਾਦਕ ਨੂੰ ਛੱਡ ਕੇ ਜਿਹੜੇ ਹਨ ਉਹ ਸਾਰੇ ਹੀ ਖਪਤਕਾਰ ਹਨ। ਠੀਕ ਹੈ ਬੇਟਾ। ਅੱਗੇ ਜੀ ਕਿਸੇ ਵੀ ਭੋਜਨ ਲੜੀ ਵਿੱਚ ਆਮ ਤੌਰ ਤੇ ਪਹਿਲਾ ਪੋਸ਼ੀ ਜਿਹੜਾ ਸਤਰ ਹੁੰਦਾ ਉਹ ਕੌਣ ਹੁੰਦਾ? ਤਾਂ ਤਕਰੀਬਨ ਹਰੇਕ ਵਿੱਚ ਪਹਿਲਾ ਜਿਹੜਾ ਹੈ ਉਹ ਪੋਸ਼ੀ ਸਤਤ ਹਰੇ ਪੌਦੇ ਹੁੰਦੇ ਹਨ। ਠੀਕ ਹੈ, ਤਾਂ ਕਿ ਉਹ ਜਿਹੜੇ ਭੋਜਨ ਬਣਾਉਂਦੇ ਹੈ ਤੇ ਨੈਕਸਟ ਜੀਵ ਉਹਨੂੰ ਖਾਂਦੇ ਹਨ ਤੇ ਨੈਕਸਟ ਖਪਤਕਾਰ ਉਹਨੂੰ ਖਾਂਦੇ ਹਨ। ਜ਼ਿਆਦਾਤਰ ਭੋਜਨ ਲੜੀਆਂ ਡੈਸ਼ ਤੋਂ ਸ਼ੁਰੂ ਹੁੰਦੀਆਂ ਹਨ। ਜ਼ਿਆਦਾਤਰ ਜਿਹੜੀਆਂ ਭੋਜਨ ਲੜੀਆਂ ਹਨ ਉਹੀ ਬਾਰ-ਬਾਰ ਗੱਲ ਅਸੀਂ ਪੌਦਿਆਂ ਤੋਂ ਸ਼ੁਰੂ ਹੁੰਦੀਆਂ ਹਨ। ਠੀਕ ਹੈ ਬੇਟਾ। ਜ਼ਿਆਦਾਤਰ ਜਿਹੜੀਆਂ ਭੋਜਨ ਲੜੀਆਂ ਹਨ ਉਹ ਪੌਦਿਆਂ ਤੋਂ ਸ਼ੁਰੂ ਹੁੰਦੀਆਂ ਹਨ। ਡੈਸ਼ ਅਪਸ਼ਿਸ਼ਟ ਪਦਾਰਥ ਅਤੇ ਮ੍ਰਿਤ ਜੀਵਾਂ ਦੇ ਸਰੀਰ ਦੇ ਭਾਗਾਂ ਨੂੰ ਸਰਲ ਪਦਾਰਥਾਂ ਵਿੱਚ ਤੋੜ ਕੇ ਆਪਣਾ ਭੋਜਨ ਪ੍ਰਾਪਤ ਕਰਦੇ ਹਨ। ਕੌਣ ਬੇਟਾ? ਉਹਨਾਂ ਦੇ ਮ੍ਰਿਤ ਜੀਵਾਂ ਤੇ ਜਿਹੜਾ ਹੈ ਉਹ ਕੰਮ ਕਰਦਾ, ਉਹ ਕਰਦਾ ਜੀ ਅਪਘਟਕ। ਠੀਕ ਹੈ ਜੀ, ਅਪਘਟਕ। ਤੇ ਠੀਕ ਹੈ ਪਿਆਰੇ ਵਿਦਿਆਰਥੀਓ, ਇਸ ਤਰ੍ਹਾਂ ਮੈਂ ਤੁਹਾਡਾ ਅਵਰ ਇਨਵਾਇਰਨਮੈਂਟ ਯਾਨੀ ਕਿ ਸਾਡਾ ਵਾਤਾਵਰਣ ਦੀ ਜਿਹੜੀ ਸੀਰੀਜ਼ ਹੈ ਉਹਨੂੰ ਖਤਮ ਕਰ ਦਿੱਤਾ ਹੈ। ਤਕਰੀਬਨ ਸਾਰੇ ਕੁਐਸਚਨਸ ਮੈਂ ਕਵਰ ਕੀਤੇ ਹੈ, ਨੋਟਸ ਇਹਦੇ ਤੁਹਾਨੂੰ ਦਿੱਤੇ ਹੈ ਤਾਂ ਕਿ ਜਿਹੜਾ ਤੁਹਾਨੂੰ ਲੈਸਨ ਹੈ ਉਹ ਪੜ੍ਹਨ 'ਚ ਕੋਈ ਵੀ ਔਖ ਨਾ ਹੋਵੇ। ਚਲੋ ਜੀ, ਮਿਲਦੇ ਹਾਂ ਆਪਾਂ 10th ਦੇ ਨੈਕਸਟ ਲੈਸਨ ਨਾਲ ਜਲਦੀ ਹੀ। ਟਿਲ ਦੈਨ ਗੁੱਡ ਬਾਏ ਬੇਟਾ।